हेलो +1 कैसे हो बेटा। हाँ जी, याद कर रहे होंगे मैम ने पाई नहीं है ना कोई वीडियो, बहुत दिन हो गए। चलो बेटा मैं कोशिश कर रही थी कि मैं पहला ਤੁਹਾਨੂੰ ਨੋਟਸ ਪ੍ਰੋਵਾਈਡ ਕਰਾ ਦਾਂ। ਹੁਣ ਮੇਰੇ ਬੱਚਿਆਂ ਦੇ ਹੱਥਾਂ ਦੇ ਵਿੱਚ ਕਾਪੀਆਂ ਨੇ, ਨੋਟਸ ਨੇ, ਦਿੱਕਤ ਨਹੀਂ ਆਏਗੀ। ਸੋ ਅੱਜ ਅਸੀਂ ਟੌਪਿਕ ਕਰਾਂਗੇ ਕੋਲੀਜਨ ਕੀ ਹੈ। ठीक है बेटा, कोलीजन की है। कोलीजन तुसीं सारिਆਂ ने सुनिया होया है, ਜਦੋਂ ਐਕਸੀਡੈਂਟ ਹੁੰਦਾ ਇੱਕ ਮਿੰਟ ਲਈ ਕੋਲਾਈਡ ਕਰਦੀਆਂ ਨੇ ਕਾਰਾਂ ਹੈ ਨਾ, ਫਿਰ ਉਹ ਕਿਹਦਾ ਕੀ ਬਣ ਜਾਂਦਾ ਹੈ। ਸੋ ਉਹ ਕੋਲੀਜਨ ਹੈ। ਤੁਸੀਂ ਬੰਟੇ ਖੇਲਦੇ ਹੋ, ਸਾਰੇ ਬੱਚੇ ਖੇਲਦੇ ਹੋ ਨਾ ਗਲਾਸ ਬਾਲ ਦੇ ਨਾਲ, ਤੁਸੀਂ ਨਿਸ਼ਾਨਾ ਲਗਾਉਂਦੇ ਹੋ। ਇੱਕ ਕੰਚਾ ਗਿਆ ਦੂਸਰੇ ਦੇ ਉੱਤੇ ਸਟਰਾਈਕ ਕੀਤਾ, ਦੂਸਰਾ ਭੱਜ ਗਿਆ, ਪਹਿਲਾ ਰੁਕ ਗਿਆ ਜਾਂ ਦੋਨੋਂ ਚਲੇ ਗਏ, ਅਲੱਗ-ਅਲੱਗ ਡਾਇਰੈਕਸ਼ਨ 'ਚ ਮੁੜ ਗਏ। ਇਸ ਤਰ੍ਹਾਂ ਬਹੁਤ ਕੋਲੀਜਨਸ ਨੇ। ਠੀਕ ਹੈ, ਇੱਕ ਤਾਂ ਕੋਲੀਜਨ ਹੁੰਦੀ ਹੈ ਕਿ ਤੁਸੀਂ ਇਸ ਤਰ੍ਹਾਂ ਮਾਰਿਆ ਕਿਸੇ ਚੀਜ਼ ਨੂੰ, ਦੂਸਰੀ ਚੀਜ਼ ਵੀ ਨਾਲ ਹੀ ਉਸੇ ਡਾਇਰੈਕਸ਼ਨ 'ਚ ਚੱਲ ਪਈ। ਇੱਕ ਕੀ ਹੁੰਦਾ ਤੁਸੀਂ ਇਸ ਤਰ੍ਹਾਂ ਮਾਰਦੇ ਹੋ ਅਤੇ ਉਹ ਜਿਹੜੀ ਤੁਸੀਂ ਚੀਜ਼ ਮਾਰੀ ਹੈ ਉਹ ਵੀ ਆਪਣੀ ਡਾਇਰੈਕਸ਼ਨ ਚੇਂਜ ਕਰ ਲੈਂਦੀ ਹੈ, ਜਿਹਦੇ ਉੱਤੇ ਨਿਸ਼ਾਨਾ ਲਗਾਇਆ ਉਹ ਵੀ ਡਾਇਰੈਕਸ਼ਨ ਚੇਂਜ ਕਰ ਲੈਂਦਾ। ਕੈਰਮ ਦੇ ਵਿੱਚ ਤੁਸੀਂ ਦੇਖਦੇ ਹੋ, ਮਾਰਦੇ ਹੋ ਸਟਰਾਈਕਰ ਹੈ ਨਾ, ਉਹ ਸਾਰੀਆਂ ਪੈਗਸ ਕੀ ਹੁੰਦੀਆਂ ਨੇ, ਸਾਰੀਆਂ ਅਲੱਗ-ਅਲੱਗ ਡਾਇਰੈਕਸ਼ਨ ਚਲੇ ਜਾਂਦੀਆਂ। ਇਹ ਜਿਹੜਾ ਸ਼ਾਰਟ ਮੂਵਮੈਂਟ ਵਾਸਤੇ ਜਿਹੜੀਆਂ ਬਾਡੀਜ਼ ਇੰਟਰੈਕਟ ਕਰਦੀਆਂ ਨੇ ਉਹਨੂੰ ਅਸੀਂ ਕੀ ਕਹਿੰਦੇ ਹਾਂ ਬੇਟਾ, ਕੋਲੀਜਨ ਕਹਿੰਦੇ। ਠੀਕ ਹੈ ਰਾਜੇ। ਹੁਣ ਜਿਹੜੀ ਕੋਲੀਜਨ ਤਾਂ ਮੇਰੇ ਬੱਚਿਆਂ ਨੂੰ ਲੱਗ ਗਿਆ ਪਤਾ, ਮੈਨੂੰ ਪਤਾ ਹੈ। ਕੋਲੀਜਨ ਦੋ ਤਰ੍ਹਾਂ ਦੀ ਹੁੰਦੀ ਹੈ, ਇਲਾਸਟਿਕ ਅਤੇ ਇਨ ਇਲਾਸਟਿਕ। ਇਹ ਹੁਣ ਥੋੜ੍ਹਾ ਜਿਹਾ ਖਟਕੇਗਾ ਵੀ ਇਹ ਕੀ ਹੈ, ਪੜ੍ਹਾਂਗੇ ਅੱਗੇ ਤੁਹਾਨੂੰ ਸਮਝ ਆਉਂਦੀ ਜਾਏਗੀ। ਦੇਖੋ ਕੋਲੀਜਨ ਇੱਕ ਤਾਂ ਇਲਾਸਟਿਕ ਹੈ, ਇਲਾਸਟਿਕ ਕੋਲੀਜਨ। ਦੂਸਰੀ ਹੈ ਰਾਜੇ ਇਨ ਇਲਾਸਟਿਕ ਕੋਲੀਜਨ। ਇਲਾਸਟਿਕ ਅਤੇ ਇਨ ਇਲਾਸਟਿਕ ਹੈ ਨਾ। ਅੱਜ ਦਾ ਜਿਹੜਾ ਟੌਪਿਕ ਹੈ ਉਹਦਾ ਪਿਛਲੇ ਟੌਪਿਕਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਖਾਸ, ਹੈ ਨਾ। ਥੋੜ੍ਹੇ ਜਿਹੇ ਫਾਰਮੂਲੇ ਯੂਜ਼ ਕਰਨੇ ਨੇ, ਬਾਕੀ ਮੇਰੇ ਬੱਚੇ ਧਿਆਨ ਨਾਲ ਸੁਣੋ, ਸਭ ਨੂੰ ਸਮਝ ਆਏਗਾ। ਇਲਾਸਟਿਕ ਕੋਲੀਜਨ ਦੇ ਵਿੱਚ ਕੀ ਹੋਣਾ ਬੇਟਾ, ਮੇਨ ਤਾਂ ਕੋਲੀਜਨ ਦੇ ਵਿੱਚ ਆਪਾਂ ਐਨਰਜੀਜ਼ ਦਾ ਧਿਆਨ ਰੱਖਣਾ ਹੈ। ਐਨਰਜੀ ਅਤੇ ਮੋਮੈਂਟਮ ਦੇ ਬੇਸ 'ਤੇ ਇਹਨਾਂ ਦੀ ਕੈਟੇਗਰਾਈਜ਼ ਕੀਤਾ ਜਾਂਦਾ ਹੈ ਇਹਨਾਂ ਨੂੰ। ਠੀਕ ਹੈ, ਜਿਹੜੀ ਇਲਾਸਟਿਕ ਹੈ ਬੇਟਾ ਇਹਦੇ 'ਚ ਕਾਈਨੈਟਿਕ, ਸਭ ਤੋਂ ਪਹਿਲਾਂ ਚਲੋ ਆਪਾਂ ਇਹੀ ਸ਼ੁਰੂ ਕਰਦੇ ਹਾਂ ਕਿ ਮੋਮੈਂਟਮ ਕੰਜ਼ਰਵਡ ਹੈ। ਓਕੇ, ਮੋਮੈਂਟਮ ਇਜ਼ ਕੰਜ਼ਰਵਡ। ਸੈਕਿੰਡ ਨੰਬਰ 'ਤੇ ਟੋਟਲ ਐਨਰਜੀ ਤੁਹਾਨੂੰ ਪਤਾ ਹਮੇਸ਼ਾ ਕੰਜ਼ਰਵ ਹੀ ਰਹਿੰਦੀ ਹੈ। ਇਹਦੇ ਵਿੱਚ ਵੀ ਬੇਟਾ ਦੋਨੋਂ ਚੀਜ਼ਾਂ ਕੰਜ਼ਰਵ ਨੇ, ਟੋਟਲ ਐਨਰਜੀ ਵੀ, ਮੋਮੈਂਟਮ ਵੀ। ਹੁਣ ਇਹਨਾਂ 'ਚ ਫਰਕ ਕੀ ਹੈ, ਇਸ ਕੇਸ ਦੇ ਵਿੱਚ ਤਾਂ ਰਾਜੇ ਕਾਈਨੈਟਿਕ ਐਨਰਜੀ ਕੰਜ਼ਰਵ ਹੈ, ਇਸ ਕੇਸ ਦੇ ਵਿੱਚ ਕਾਈਨੈਟਿਕ ਐਨਰਜੀ ਕੰਜ਼ਰਵ ਨਹੀਂ ਹੈ। ਕਾਈਨੈਟਿਕ ਐਨਰਜੀ ਮਤਲਬ ਉਹ ਤੁਹਾਨੂੰ ਪਤਾ ਹੈ ਹਾਫ mv² ਜਿਹਦਾ ਫਾਰਮੂਲਾ ਹੈ ਨਾ। ਹੁਣ ਤੁਸੀਂ ਕੀ ਕੀਤਾ, ਤੁਸੀਂ ਇੱਕ ਮਿੱਟੀ ਦਾ ਚਿੱਕੜ ਦਾ ਕੋਈ ਗੋਲਾ ਜਿਹਾ ਬਣਾ ਲਓ ਹੈ ਨਾ, ਮਾਰੋ ਉਹਨੂੰ ਕਿਸੇ ਮੂਵਿੰਗ ਚੀਜ਼ 'ਤੇ। ਮੰਨ ਲਓ ਅਸੀਂ ਬੱਸ 'ਤੇ ਮਾਰਿਆ, ਉਹ ਜਿਹੜਾ ਚਿੱਕੜ ਦਾ ਪੀਸ ਹੈ ਬੱਸ ਨਾਲ ਜਾ ਕੇ ਚਿਪਕ ਗਿਆ। ਹੁਣ ਉਹ ਮਾਸ ਜਿਹੜਾ ਬੱਸ 'ਤੇ ਚਿੱਕੜ ਹੈ ਉਹ ਇੱਕੋ ਹੀ ਬਾਡੀ ਬਣ ਗਈ। ਠੀਕ ਹੈ, ਉਹ ਹੈ ਪਰਫੈਕਟਲੀ ਇਨ ਇਲਾਸਟਿਕ ਕੋਲੀਜਨ। ਠੀਕ ਹੈ ਬੇਟੇ, ਸੋ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਪਰਫੈਕਟਲੀ ਇਲਾਸਟਿਕ ਕਿਹੜੀ ਹੈ, ਇਨ ਇਲਾਸਟਿਕ ਕਿਹੜੀ ਹੈ, ਜਦੋਂ ਤਾਂ ਬਾਡੀ ਬਿਲਕੁਲ ਨਾਲ ਹੀ ਚਲੀ ਗਈ ਉਹਦੇ। ਠੀਕ ਹੈ ਬੇਟਾ, ਇੱਕ ਉਹ ਕੇਸ ਹੁੰਦਾ ਹੈ। ਇੱਕ ਕੇਸ ਕੀ ਹੈ, ਤੁਸੀਂ ਮਾਰਿਆ ਕਿਸੇ ਚੀਜ਼ ਨੂੰ ਹੈ ਨਾ, ਅਤੇ ਉਹ ਜਿਹੜੀ ਵੈਲੋਸਿਟੀ ਸੀ ਇੱਕ ਬਾਡੀ ਦੀ ਦੂਜੀ ਬਾਡੀ 'ਚ ਟਰਾਂਸਫਰ ਹੋ ਗਈ। ਇੱਕ ਬਾਡੀ ਖੜੀ ਹੋ ਗਈ, ਦੂਸਰੀ ਬਾਡੀ ਨੇ ਚੱਲਣਾ ਸ਼ੁਰੂ ਕਰ ਦਿੱਤਾ ਹੈ ਨਾ ਬੇਟਾ। ਇਹ ਵੀ ਕੇਸ ਹੁੰਦੇ ਆ। ਉਹ ਕੇਸ ਜਿਹੜਾ ਹੈ ਉਹਦੇ ਵਿੱਚ ਕਾਈਨੈਟਿਕ ਐਨਰਜੀ ਕੰਜ਼ਰਵ ਰਹਿੰਦੀ ਹੈ। ਇੱਕ ਕੇਸ ਹੁੰਦਾ ਹੈ ਕਿ ਤੁਸੀਂ ਕਾਈਨੈਟਿਕ ਐਨਰਜੀ ਜਿਹੜੀ ਹੈ ਉਹ ਚੇਂਜ ਤਾਂ ਹੁੰਦੀ ਹੈ ਲੇਕਿਨ ਉਹ ਘਟ ਜਾਂਦੀ ਹੈ ਕਈ ਕੇਸਿਸ ਦੇ ਵਿੱਚ। ਉਹ ਜਿਹੜੀ ਕਾਈਨੈਟਿਕ ਐਨਰਜੀ ਜਾਂ ਤਾਂ ਹੀਟ 'ਚ ਬਦਲ ਜਾਏਗੀ ਹੈ ਨਾ, ਜਾਂ ਉਹ ਲਾਈਟ 'ਚ ਬਦਲ ਜਾਏਗੀ। ਕਿਸੇ ਵੀ ਤਰ੍ਹਾਂ ਜਦੋਂ ਦੋ ਕਾਰਾਂ ਸਟਰਾਈਕ ਕਰਦੀਆਂ ਨੇ ਬੇਟੇ ਹੈ ਨਾ, ਮੰਨ ਲਓ ਦੋ ਕਾਰਾਂ ਦੀ ਟੱਕਰ ਹੋ ਗਈ ਤਾਂ ਕੀ ਹੁੰਦਾ ਹੈ, ਕੁਛ ਐਨਰਜੀ ਯੂਜ਼ ਹੋ ਜਾਂਦੀ ਹੈ ਕਾਰਾਂ ਦੇ ਡੈਮੇਜ ਦੇ ਵਿੱਚ, ਉਹ ਐਨਰਜੀ ਵੇਸਟੇਜ ਹੋ ਗਈ ਉੱਥੇ ਕਾਈਨੈਟਿਕ ਐਨਰਜੀ ਕੰਜ਼ਰਵ ਨਹੀਂ ਰਹਿੰਦੀ। ਸੋ ਇਸ ਤਰ੍ਹਾਂ ਸਾਡੇ ਕੋਲ ਐਗਜ਼ਾਮਪਲਸ ਨੇ ਜਿੱਥੇ ਕਾਈਨੈਟਿਕ ਐਨਰਜੀ ਕੰਜ਼ਰਵ ਨਹੀਂ ਰਹਿੰਦੀ ਬੇਟਾ, ਉਹ ਕਿਹੜੀ ਕੋਲੀਜਨ ਹੈ, ਇਨ ਇਲਾਸਟਿਕ ਕੋਲੀਜਨ। ਜਿੱਥੇ ਕਾਈਨੈਟਿਕ ਐਨਰਜੀ ਵੀ ਕੰਜ਼ਰਵ ਹੈ ਦੈਟ ਇਜ਼ ਇਲਾਸਟਿਕ ਕੋਲੀਜਨ। ਸੋ ਸਾਰੇ ਮੇਰੇ ਬੱਚਿਆਂ ਨੇ ਯਾਦ ਰੱਖਣੀ ਹੈ ਇਹ ਚੀਜ਼। ਉਸ ਤੋਂ ਬਾਅਦ ਬੇਟਾ ਮੇਨ ਕੁਐਸਚਨ 1 ਨੰਬਰ ਦਾ ਤਾਂ ਇਹੀ ਬਣੇਗਾ ਵੀ ਕਿਹੜੀ ਕੋਲੀਜਨ ਦੇ ਵਿੱਚ ਕਾਈਨੈਟਿਕ ਐਨਰਜੀ ਕਾਂਸਟੈਂਟ ਰਹਿੰਦੀ ਹੈ। ਹੁਣ ਕੋਐਫੀਸ਼ੀਐਂਟ ਆਫ ਰੈਸਟੀਟਿਊਸ਼ਨ ਹੈ ਬੇਟਾ ਇਹਦੇ ਵਿੱਚ, ਜਿਹਦੇ ਬੇਸ 'ਤੇ ਅਸੀਂ ਸਾਰਾ ਕੁਛ ਦੱਸਣਾ ਹੈ। E ਹੈ ਨਾ, ਕੋਐਫੀਸ਼ੀਐਂਟ ਆਫ ਰੈਸਟੀਟਿਊਸ਼ਨ ਹੁੰਦਾ ਕੀ ਹੈ, ਪਹਿਲਾਂ ਇਹਦੀ ਡੈਫੀਨੇਸ਼ਨ ਲਿਖ ਲਓ ਸਾਰੇ ਬੱਚੇ। ਰਿਲੇਟਿਵ ਵੈਲੋਸਿਟੀ ਆਫ ਸੈਪਰੇਸ਼ਨ ਮਤਲਬ ਆਫਟਰ ਕੋਲੀਜਨ, ਜਦੋਂ ਰਿਲੇਟਿਵ ਵੈਲੋਸਿਟੀ ਆਫ ਸੈਪਰੇਸ਼ਨ ਇਹ ਹੁੰਦੀ ਹੈ ਕੋਲੀਜਨ ਤੋਂ ਬਾਅਦ, ਆਫਟਰ ਕੋਲੀਜਨ। ਜਦੋਂ ਦੋ ਬਾਡੀਜ਼ ਸਟਰਾਈਕ ਕਰ ਚੁੱਕੀਆਂ ਹੁਣ ਉਹ ਸੈਪਰੇਟ ਹੋ ਰਹੀਆਂ ਨੇ ਹੈ ਨਾ, ਉਦੋਂ ਉਹਨਾਂ ਨੇ ਕਿੰਨੀ ਵੈਲੋਸਿਟੀ ਗੇਨ ਕੀਤੀ ਹੋਈ ਹੈ, ਡਿਵਾਈਡਡ ਬਾਏ ਰਿਲੇਟਿਵ ਵੈਲੋਸਿਟੀ ਆਫ ਅਪਰੋਚ। ਜਦੋਂ ਇੱਕ ਦੂਸਰੇ ਵੱਲ ਜਾ ਰਹੀਆਂ ਨੇ ਬੇਟਾ, ਇਹ ਬਿਫੋਰ ਕੋਲੀਜਨ ਹੋਏਗਾ।
ਉਦੋਂ ਉਹਨਾਂ ਦੀ ਰਿਲੇਟਿਵ ਵੈਲੋਸਿਟੀ ਕਿੰਨੀ, ਜਦੋਂ ਇੱਕ ਦੂਸਰੇ ਵੱਲ ਮੂਵ ਕਰ ਰਹੀਆਂ ਨੇ। ਜਦੋਂ ਹੋ ਚੁੱਕੀਆਂ ਨੇ, ਜ਼ਰੂਰੀ ਨਹੀਂ ਕਿ ਇੱਕ ਦੂਸਰੇ ਵੱਲ ਕਰਨ, ਕਿ ਪਿੱਛੇ ਪਿੱਛੇ ਵੀ ਜਾ ਸਕਦੀ ਹੈ ਨਾ। ਜਦੋਂ ਅਪਰੋਚ ਕਰ ਰਹੀਆਂ ਨੇ ਸਟਰਾਈਕ ਕਰਨ ਲਈ, ਉਦੋਂ ਕਿੰਨੀ ਵੈਲੋਸਿਟੀ ਹੈ, ਠੀਕ ਹੈ, ਉਦੋਂ ਨੀਚੇ ਰੱਖਣਾ ਹੈ। ਜਦੋਂ ਕੋਲੀਜਨ ਹੋ ਚੁੱਕੀ ਹੈ ਉਦੋਂ ਕਿੰਨੀ ਵੈਲੋਸਿਟੀ ਆਈ, ਉਹਨੂੰ ਉੱਪਰ ਰੱਖਣਾ ਹੈ। ਉਸ ਰੇਸ਼ੋ ਨੂੰ ਅਸੀਂ ਕੀ ਕਹਿੰਦੇ ਹਾਂ ਬੇਟਾ, ਉਸ ਰੇਸ਼ੋ ਨੂੰ ਅਸੀਂ ਕਹਿੰਦੇ ਹਾਂ ਕੋਐਫੀਸ਼ੀਐਂਟ ਆਫ ਰੈਸਟੀਟਿਊਸ਼ਨ। ठीक है राजे। हुण जिहड़ी तुहाडी परफेक्टली इलास्टिक कोलिजन है, परफेक्टली इलास्टिक कोलिजन, ਉਹਦੇ ਵਿੱਚ ਰਿਲੇਟਿਵ ਵੈਲੋਸਿਟੀ ਆਫ ਸੈਪਰੇਸ਼ਨ, ਪਰਫੈਕਟਲੀ ਇਲਾਸਟਿਕ ਦੇ ਵਿੱਚ ਨਾ ਬੇਟਾ ਇਹ ਦੋਨੋਂ ਜਿਹੜੀਆਂ ਨੇ ਉਹ ਕੀ ਰਹਿਣਗੀਆਂ, ਬਰਾਬਰ ਰਹਿਣਗੀਆਂ, ਹੈ ਨਾ। ਜੇ ਬਰਾਬਰ ਰਹਿਣਗੀਆਂ ਰਿਲੇਟਿਵ ਵੈਲੋਸਿਟੀ, ਇਹਦਾ ਮਤਲਬ ਇਹ ਤੁਹਾਡੇ ਕੋਲ ਕੀ ਆ ਜਾਣਾ ਹੈ, 1 ਆ ਜਾਣਾ ਹੈ ਫॉर ਪਰਫੈਕਟਲੀ ਇਲਾਸਟਿਕ ਕੋਲਿਜਨ ਦੇ ਕੇਸ 'ਚ, ਪਰਫੈਕਟਲੀ ਇਲਾਸਟਿਕ। ਜੇ ਤੁਸੀਂ ਪਰਫੈਕਟਲੀ ਇਨ ਇਲਾਸਟਿਕ ਦੇਖੋਗੇ ਉਸ ਕੇਸ 'ਚ E ਦੀ ਵੈਲਿਊ 0 ਹੋ ਜਾਣੀ ਹੈ, ਠੀਕ ਹੈ। ਇਸ ਕੇਸ 'ਚ E 0 ਹੋਏਗਾ, ਇਸ ਕੇਸ 'ਚ E 1 ਹੋਏਗਾ, ਠੀਕ ਹੈ। ਬਾਕੀ ਸਾਰੀਆਂ ਕੋਲਿਜਨ ਜਿੰਨੇ ਤਰ੍ਹਾਂ ਦੀਆਂ ਵੀ ਹੋਣਗੀਆਂ ਪਰਫੈਕਟਲੀ ਇਲਾਸਟਿਕ ਅਤੇ ਪਰਫੈਕਟਲੀ ਇਨ ਇਲਾਸਟਿਕ ਦੇ ਵਿੱਚ 0 ਅਤੇ 1 ਯਾਦ ਰੱਖਣਾ ਹੈ। ਬਾਕੀ ਕੋਲਿਜਨ ਵਾਸਤੇ ਇਨ ਬਿਟਵੀਨ 0 to 1, ਠੀਕ ਹੈ ਬੇਟਾ। ਰੈਸਟੀਟਿਊਸ਼ਨ ਦੀ ਵੈਲਿਊ ਇਹ ਯਾਦ ਕਰ ਲੈਣਾ ਹੈ ਮੇਰੇ ਬੱਚਿਆਂ ਨੇ। ਉਸ ਤੋਂ ਬਾਅਦ ਜਿਹੜਾ ਆਪਣਾ ਮੇਨ ਟੌਪਿਕ ਹੈ ਉਹ ਹੈ ਕੋਲਿਜਨ ਇਨ 1 ਡਾਇਮੈਂਸ਼ਨ। ਅਸੀਂ ਐਕਸਪ੍ਰੈਸ਼ਨਸ ਡਿਰਾਈਵ ਕਰਾਂਗੇ ਬੇਟਾ ਇਹਦੇ ਵਿੱਚ, ਕੋਲਿਜਨਸ ਇਨ 1 ਡਾਇਮੈਂਸ਼ਨਸ। ਕੋਲਿਜਨ ਇਨ 1 ਡਾਇਮੈਂਸ਼ਨ ਦੇ ਵਿੱਚ ਤੁਸੀਂ ਸੁਪੋਜ਼ ਕਰ ਲਓ ਸਾਰੇ ਬੱਚੇ ਕਿ ਇੱਕ ਮਾਸ ਹੈ, ਕੋਈ ਬਾਡੀ A ਦਾ m1 ਮਾਸ ਹੈ, ਇੱਕ ਬਾਡੀ ਅਸੀਂ ਇਹ u1 ਵੈਲੋਸਿਟੀ ਨਾਲ ਜਾ ਰਹੀ ਹੈ, ਇੱਕ ਗੱਡੀ ਹੈ ਜਾ ਰਹੀ ਹੈ u1 ਵੈਲੋਸਿਟੀ ਦੇ ਨਾਲ। ਇੱਕ ਬਾਡੀ B ਹੈ ਜਿਹਦਾ ਮਾਸ m2 ਹੈ, ਉਹ u2 ਵੈਲੋਸਿਟੀ ਨਾਲ ਜਾ ਰਹੀ ਹੈ। ਦੋਨੋਂ ਅਲੱਗ-ਅਲੱਗ ਸਪੀਡ 'ਤੇ ਜਾ ਰਹੀਆਂ, ਇੱਕ ਛੋਟੀ ਬਾਡੀ ਇੱਕ ਵੱਡੀ ਬਾਡੀ। ਜਦੋਂ ਕੋਲਿਜਨ ਹੋਈ ਥੋੜ੍ਹੀ ਦੇਰ ਲਈ ਇਕੱਠੀਆਂ ਰਹੀਆਂ, ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਇਹ ਮਾਸ ਹੈ ਉਹ ਤਾਂ ਆ ਗਿਆ ਤੁਹਾਡਾ, ਇਹ ਮੈਂ ਬੇਟਾ 1 ਡਾਇਮੈਂਸ਼ਨ ਦਾ ਕੇਸ ਹੀ ਕੰਸੀਡਰ ਕਰਾਂਗੀ। 1 ਡਾਇਮੈਂਸ਼ਨ ਸਮਝਦੇ ਹੋ ਤੁਸੀਂ ਸਾਰੇ, ਜਦੋਂ ਲੀਨੀਅਰ ਸਟ੍ਰੇਟ ਲਾਈਨ ਦੇ ਵਿੱਚ ਹੀ ਰਹੇਗੀ ਮੋਸ਼ਨ, ਅਲੱਗ-ਅਲੱਗ 2 ਡਾਇਮੈਂਸ਼ਨਾਂ 'ਚ ਨਹੀਂ ਜਾਣਾ ਉਹਨੇ। ਸਟਰਾਈਕ ਹੋਣ ਤੋਂ ਬਾਅਦ ਵੀ ਇੱਕੋ ਲਾਈਨ 'ਚ ਮੂਵ ਕਰ ਰਹੀਆਂ ਨੇ, ਠੀਕ ਹੈ ਬੇਟਾ। ਸੋ ਉਹੀ ਕੇਸ ਹੈ ਇੱਥੇ। ਹੁਣ A ਦੀ ਵੈਲੋਸਿਟੀ ਚੇਂਜ ਹੋ ਗਈ, B ਦੀ ਵੈਲੋਸਿਟੀ ਵੀ ਚੇਂਜ ਹੋ ਗਈ, ਮਾਸ ਨਹੀਂ ਚੇਂਜ ਹੋਣਾ, ਮਾਸ ਅਸੀਂ ਉਹੀ ਲਿਖ ਦੇਣਾ, ਠੀਕ ਹੈ ਬੇਟੇ। ਹੁਣ ਅਸੀਂ, ਸਾਡੇ ਕੋਲ ਕੀ ਹੈ, ਸਾਡੇ ਕੋਲ ਇਹਦੇ ਵਿੱਚ ਯਾਦ ਰੱਖਣ ਲਈ ਕਿਹੜੀਆਂ 2 ਗੱਲਾਂ ਸੀ ਜਿਹੜੀਆਂ ਮੈਂ ਪਹਿਲਾਂ ਲਿਖੀਆਂ ਸੀ, ਕਿਉਂਕਿ ਅਸੀਂ ਇਲਾਸਟਿਕ ਕੋਲਿਜਨ ਦੀ ਗੱਲ ਕਰ ਰਹੇ ਹਾਂ। ਇੱਥੇ ਮੋਮੈਂਟਮ ਤਾਂ ਕੰਜ਼ਰਵ ਰਹਿਣੀ ਹੈ, ਇੱਥੇ ਕਾਈਨੈਟਿਕ ਐਨਰਜੀ ਵੀ ਕੰਜ਼ਰਵ ਹੈ। ਸੋ ਪਹਿਲਾਂ ਅਸੀਂ ਮੋਮੈਂਟਮ ਦਾ ਜੇ ਕੇਸ ਲਈਏ, ਕੰਜ਼ਰਵੇਸ਼ਨ ਆਫ ਮੋਮੈਂਟਮ। ਮੋਮੈਂਟਮ ਮੇਰੇ ਸਾਰੇ ਬੱਚੇ ਪਿਛਲੀ ਵੀਡੀਓਜ਼ ਪੜ੍ਹ ਚੁੱਕੇ ਹੋ, ਤੁਸੀਂ ਦੇਖ ਚੁੱਕੇ ਹੋ, ਸੁਣ ਚੁੱਕੇ ਹੋ। ਮੋਮੈਂਟਮ ਹੁੰਦੀ ਮਾਸ ਇਨਟੂ ਵੈਲੋਸਿਟੀ। ਸੋ ਕੋਲਿਜਨ ਤੋਂ ਪਹਿਲਾਂ ਮੋਮੈਂਟਮ A ਦੀ ਪਲੱਸ B ਦੀ ਮੋਮੈਂਟਮ ਇਜ਼ ਇਕੁਅਲ ਟੂ ਆਫਟਰ ਕੋਲਿਜਨ V1 M2 V2। ਇਹ ਚੀਜ਼ ਮਿਲ ਗਈ ਸਾਨੂੰ। ਹੁਣ ਬੇਟਾ ਇਹਦੇ ਵਿੱਚੋਂ ਤੁਸੀਂ M1 ਵਾਲੇ ਇੱਕ ਸਾਈਡ 'ਤੇ ਲਿਓ, M1 ਇੰਟੂ U1 ਮਾਈਨਸ V1 ਕਰ ਲੈਂਦੇ ਹਾਂ, M2 V2 ਮਾਈਨਸ U2 ਕਰ ਲੈਂਦੇ, ਠੀਕ ਹੋ ਗਿਆ ਬੇਟੇ। ਹੁਣ ਦੂਸਰੀ ਐਪਲੀਕੇਸ਼ਨ ਲਗਾਈਏ ਆਪਾਂ ਕਿ ਇਹਦੇ ਵਿੱਚ ਦੂਸਰਾ ਕੰਜ਼ਰਵੇਸ਼ਨ ਕਿਹਦੀ ਹੁੰਦੀ ਹੈ, ਕਾਈਨੈਟਿਕ ਐਨਰਜੀ ਦੀ। ਹੁਣ ਕਾਈਨੈਟਿਕ ਐਨਰਜੀ ਦਾ ਫਾਰਮੂਲਾ ਹਾਫ M1 V1 ਸਕੁਅਰ ਪਲੱਸ ਹਾਫ M2 V2 ਸਕੁਅਰ ਇਜ਼ ਇਕੁਅਲ ਟੂ ਹਾਫ M1, ਸੌਰੀ ਇੱਥੇ U1 ਆਏਗਾ ਬੇਟਾ, ਇਨੀਸ਼ੀਅਲੀ ਪਹਿਲਾਂ ਲਿਖ ਲੈਂਦੇ ਹਾਂ ਅਸੀਂ, ਹਾਫ M1 V1 ਸਕੁਅਰ ਪਲੱਸ ਹਾਫ M2 V2 ਸਕੁਅਰ। ਹਾਫ ਤਾਂ ਸਾਰਿਆਂ ਵਿੱਚ ਹੀ, ਇਹਨੂੰ ਕੈਂਸਲ ਕਰ ਦਿਓ, ਛੱਡ ਦਿਓ, ਠੀਕ ਹੈ। ਫਿਰ ਉਹੀ ਚੀਜ਼ M1 U1 ਸਕੁਅਰ ਮਾਈਨਸ V1 ਸਕੁਅਰ ਇਜ਼ ਇਕੁਅਲ ਟੂ M2 V2 ਸਕੁਅਰ ਮਾਈਨਸ U2 ਸਕੁਅਰ। ਹੁਣ ਬੇਟਾ ਜੇ ਤੁਸੀਂ ਇਹਨਾਂ ਨੂੰ ਡਿਵਾਈਡ ਕਰੋਗੇ ਦੋਨੋਂ ਇਕੁਏਸ਼ਨਸ ਨੂੰ, ਤੁਹਾਨੂੰ ਪਤਾ ਹੈ ਫਾਰਮੂਲਾ ਬਣਦਾ A ਪਲੱਸ B A ਮਾਈਨਸ B ਦਾ, ਇਹ ਵੀ A ਪਲੱਸ B A ਮਾਈਨਸ B ਦਾ। ਜਦੋਂ ਡਿਵਾਈਡ ਕਰੋਗੇ ਤੁਹਾਡੇ ਕੋਲ ਕੀ ਆ ਜਾਣਾ ਹੈ ਰਾਜੇ, ਸਾਰਾ ਕੁਝ ਕੱਟ ਕਟਾ ਕੇ ਕੀ ਬਣੇਗਾ, M1 ਵੀ ਕੈਂਸਲ ਹੋ ਜਾਣਾ ਹੈ, ਇੱਥੇ ਰਹਿ ਜਾਣਾ ਸਾਡੇ ਕੋਲ U1 ਪਲੱਸ V1 ਇਜ਼ ਇਕੁਅਲ ਟੂ U2 ਪਲੱਸ V2। ਆਹ ਚੀਜ਼ ਬਚ ਗਈ, ਠੀਕ ਹੈ। ਇੱਥੋਂ ਤੁਸੀਂ ਵੈਲੋਸਿਟੀ V2 ਕੱਢ ਲਓ, U2 ਕੱਢ ਲਓ, ਤੁਸੀਂ ਰੇਸ਼ੋ ਕੱਢ ਲਓ। V2 ਜਿਹੜਾ ਮੈਂ E ਦੀ ਗੱਲ ਕਰਦੀ ਹੁੰਦੀ ਹੈ ਆਫਟਰ ਕੋਲਿਜਨ ਅਤੇ ਬਿਫੋਰ ਕੋਲਿਜਨ, ਹੈ ਨਾ। ਜੇ ਤੁਸੀਂ ਇਹਦੀ ਵੈਲਿਊ ਕੱਢੋਗੇ ਤਾਂ ਇਸ ਕੇਸ 'ਚ 1 ਆਏਗੀ,
क्योंकि तुसी देख लियो बेटा U2 इधर जाके माइनस हो जाना है, V1 इधर जाके माइनस हो जाना है, फिर U1 माइनस U2 कर लियो। ठीक है बेटा, ਇਹਦੀ वैल्यू आएगी 1। सो ये ਕਿਹੜੀ कोलिजन है? परफेक्टली इलास्टिक। उस तो बाद है बेटा अपने को वेलोसिटी कितनी होएगी इस बॉडी की, ए बॉडी की आफ्टर कोलिजन वेलोसिटी कितनी होएगी तो बी बॉडी की कितनी होएगी। हुण आपां वो फाइंड आउट करांगे। उहदे लई की मैथड है? देखो सारा मैथमेटिकल है, तुहानूं कोई प्रॉब्लम नहीं आनी। आ रिलेशन तुसीं अपने दिमाग 'च रखना है, U1 माइनस V। चलो पहले मैं बाकी लिख दिंदी हां तुहाडा। असी की करना है हुण, वेलोसिटी कढ़नी है ऑफ ए, वेलोसिटी ऑफ ए आफ्टर कोलिजन जिन्होंने असी V1 दे नाल नोट किया होया। ठीक है बेटा, हुण तुसीं ये इक्वेशन ये यूज़ करोगे, तुसीं इहदे विचों V2 की वैल्यू कढ लो। V2 इज़ इक्वल टू U1 प्लस V1 माइनस U2, ये बन गया। हुण तुसीं बेटा मोमेंटम कंजरवेशन का लॉ अप्लाई करो। ठीक है, उहदे विच वैल्यू पुट कर दो। कंजरवेशन ऑफ मोमेंटम की कहता है? M1 U1 M2 U2 इज़ इक्वल टू M1 V1 M2 V2। हुण V2 की वैल्यू इत्थे पुट कर दो। M1 U1 प्लस M2 U2 इज़ इक्वल टू M1 V1 प्लस M2 U1 प्लस M2 V1 माइनस M2 U2। क्लियर हो गया? M2 U2 इन्हें भी इधर आके प्लस ही हो जाना है, तो 2M2 U2, M1 U1 ये भी M1 है, ये भी M1 है ना। इन्हों आपां एक पासे ले जाइए, इज़ इक्वल टू M1 U1 M2 U2 तो इधर ही आ गया है ना बेटा। उस तो बाद आ गया U1 प्लस V1, असी कढ़ना है V1 M1 U1 प्लस इधर माइनस M2 U2 M1 U1 इनू बेटा मैं प्लस ही रख लैनी, इधर ही लैके आने सारा कुछ, सिर्फ V1 एक पासे रहन देवांगे, इज़ इक्वल टू M1 प्लस M2 इंटू V1। आ चीज़ बन गई। इतों तुसी V1 कढ़ सकते हो, 2M2 U2 प्लस M1 U1 माइनस M2 U2 डिवाइडेड बाय M1 प्लस M2। ठीक है बेटे, कुछ गड़बड़ तो नहीं हुई? देखो सारे जाने M2 U2 ओके, ए वाला M2 U2 तो ए वाला M2 U2 तो पहले ही आ गया सी। M1 U1 इत्थे है, M2 U1 कित्थे गया है ना, ये गलती हो गई। आता हो चुका सी, इत्थे M2 U1 आना सी बेटे। ओके, इधर आके माइनस हो गया, सो इत्थे U1 है। बड़े ध्यान नाल करियो बेटा। ठीक है, हुण इहदे विचों U1 कॉमन निकल जाना है, 2M2 U2 प्लस U1 इंटू M1 माइनस M2 डिवाइडेड बाय M1 प्लस M2। क्लीयर है बेटे? हुण तुहानूं V1 मिल गया ना राजे। जदों तुसी V1 की वैल्यू इहदे विच पुट करोगे तो तुहानूं V2 मिल जाएगा, मतलब कि आफ्टर कोलिजन वेलोसिटी ऑफ B पार्टिकल। ठीक है बेटा, बाकी नोट्स मैं तुहाडे लिंक दे विच दे दांगी, तुसीं उस लिंक तो नोट कर लेने ने, तो जिहड़े बच्चे ग्रुप विच ने उन्होंने ग्रुप च सेंड कर दांगी। ठीक है बेटा, सारे बच्चों ने नोट्स अच्छी तरह देखने, अच्छी तरह करना है। तुसीं देखना है, देखो वेलोसिटीज़ किद्दां फर्क पै रहीआं ने, है ना। फिर उहदा स्पैशल केस दस्सिआ होया तुहानूं कि जदों मास बराबर हो जाते हैं, तुसीं देखोगे कितना इंटरस्टिंग केस है। जे दोनों बॉडी सेम मास दियां है तो जिहड़ा तुहाडा V1 है उन्हें एक ने अपनी वेलोसिटी दूजे नूं दे देनी है ना। तुसीं वो भर के देखियो बेटा, जिहड़ा V1 है वो U2 के बराबर हो जाना है, तो जिहड़ा V2 है वो U1 के बराबर हो जाना है। जिहड़ी पहला वेलोसिटी B दी सी ना, वो वेलोसिटी हुण A दी हो गई आफ्टर कोलिजन। जिहड़ी A दी वेलोसिटी सी वो B दी हो गई, इंटरचेंज कर दो। ठीक है ना बेटे, ये हुंदा जदों मास बराबर है, तो जिहड़ी कोलिजन है परफेक्टली इलास्टिक है। ठीक है बेटे, सो इस तरह के केस जोड़े ने काफ़ी इंटरस्टिंग ने कोलिजन दे विच। अज तुसीं इन्ना ही याद करो बेटा, उस तो बाद तुहानूं नैक्सट वीडियो दे विच इन इलास्टिक कोलिजन इन 1 डायमेंशन दसांगी। थैंक यू बेटा, हैव अ नाइस डे।